minus as we all know what is the main constant of the body means कि water तो बिना one can't survive in their life without a water. As we the more thing about is that 70% of our earth is also constituted of water. So in the same manner, our body constitutes 73% of water. As now start about chapter as water is the most abundant constituent of the body ਕਿ ਸਭ ਤੋਂ ਮੇਨ ਰਿਕੁਆਇਰਡ ਕੰਪੋਨੈਂਟ ਆ ਅਤੇ ਇਹ ਉਹ ਵਾਲਾ ਮੀਡੀਅਮ ਹੈ ਜਿਹਦੇ ਵਿੱਚ ਸਾਰੀਆਂ ਬੋਡੀ ਦੀਆਂ ਪ੍ਰੋਸੈਸਿਸ ਟੇਕਸ ਪਲੇਸ ਕਰਦੀਆਂ ਨੇ ਅਤੇ ਇਹਦੇ ਵਿੱਚ ਕੀ ਸਾਰੇ ਟਿਸ਼ੂਜ਼ ਦੇ ਵਿੱਚ ਜਿਹੜਾ ਐਕਸਚੇਂਜ ਹੁੰਦਾ ਗਾ ਇਹ ਕੀ ਸੋਲਵੈਂਟ ਆ ਬਾਇਓਮੋਲੀਕਿਊਲਸ ਦੇ ਲਈ ਪ੍ਰੋਵਾਈਡ ਕਰਦਾ ਸਪੈਸੀਫਿਕ ਪੋਜ਼ੀਟਿਵ ਆਇਨ ਕੰਸਨਟ੍ਰੇਸ਼ਨ ਅਤੇ ਮਿਨਰਲ ਆਇਨਸ ਲਾਈਕ ਜਿਵੇਂ ਸੋਡੀਅਮ ਹੋ ਗਿਆ ਪੋਟਾਸ਼ੀਅਮ ਹੋ ਗਿਆ ਕਲੋਰਾਈਡ ਹੋ ਗਿਆ ਬਾਇਓਲੋਜੀਕਲ ਫਲੂਇਡਸ ਦੇ ਵਿੱਚ ਇਹ ਕਿ ਲੂਬਰੀਕੈਂਟ ਆਪਣੀ ਬੋਡੀ ਦੇ ਵਿੱਚ ਐਕਟ ਕਰਦਾ ਅਤੇ ਫਿਕਸ਼ਨ ਜਿਹੜੀ ਜੁਆਇੰਟਸ ਦੇ ਵਿੱਚ ਪਿਊਰਾ ਦੇ ਵਿੱਚ ਪੈਰੀਟੋਨੀਅਮ ਵਿੱਚ ਜਾਂ ਕੰਜਕਟਿਵਾ ਦੇ ਵਿੱਚ ਜਿਹੜੀ ਫ੍ਰਿਕਸ਼ਨ ਹੁੰਦੀ ਹੈ ਉਹਨੂੰ ਕੀ ਘਟਾਉਂਦਾ ਮੀਨਸ ਕਿ ਐਜ਼ ਅ ਲੂਬਰੀਕੈਂਟ ਲਈ ਐਕਟ ਕਰਦਾ ਗਾ it is distributed in extracellular intracellular compartments ਕਹਿੰਦੇ ਕਿ ਜਿਹੜਾ ਵਾਟਰ ਆ ਉਹ ਕਿ extracellular compartments ਦੇ ਵਿੱਚ ਵੀ ਹੁੰਦਾ ਅਤੇ intracellular compartment ਦੇ ਵਿੱਚ ਵੀ ਹੁੰਦਾ ਗਾ ਜਿਹੜਾ extracellular fluid ਆ ਉਹ ਕਿ ਲਿਟਲ ਮੋਰ ਦੈਨ 1/3% of total body water ਜਿਹੜਾ extracellular fluid ਆ ਉਹਦੇ 'ਚ ਕੀ 1/3 ਹਿੱਸੇ ਤੋਂ ਜ਼ਿਆਦਾ ਟੋਟਲ ਬੋਡੀ ਦਾ ਵਾਟਰ ਹੁੰਦਾ ਗਾ ਇਹ ਕੀ ਆ ਬਲੱਡ ਪਲਾਜ਼ਮਾ ਇੰਟਰਸਟੀਅਲ ਫਲੂਇਡਸ ਹੋ ਗਏ ਹੈ ਨਾ ਪਲਾਜ਼ਮਾ ਦੇ ਵਿੱਚ ਜਿਹੜਾ ਵਾਟਰ ਆ ਇੰਟਰਸਟੀਅਲ ਫਲੂਇਡਸ ਦੇ ਵਿੱਚ ਪਿਆ ਹੁੰਦਾ ਗਾ ਲਿੰਫ ਦੇ ਵਿੱਚ ਹੁੰਦਾ ਜਾਂ ਟ੍ਰਾਂਸਸੈਲੂਲਰ ਫਲੂਇਡ ਹੁੰਦਾ ਗਾ ਕਹਿੰਦੇ ਜਿਹੜੇ ਬਲੱਡ ਪਲਾਜ਼ਮਾ ਦੇ ਇੰਟਰਸਟੀਅਲ ਫਲੂਇਡਸ ਆ ਇਹਨਾਂ ਦੇ ਵਿੱਚ ਜਿਹੜੀ ਯੂਨੀਫਾਰਮ ਕਨਸਟੀਟਿਊਸ਼ਨ ਹੁੰਦੀ ਆ ਆਲਮੋਸਟ ਬੋਡੀ ਦੇ ਵਿੱਚ ਠੀਕ ਹੈ ਜਿਹੜੇ ਟ੍ਰਾਂਸਸੈਲੂਲਰ ਫਲੂਇਡਸ ਆ ਉਹ ਕੀ ਹੈਟਰੋਜਨਸ ਗਰੁੱਪ ਆਫ ਫਲੂਇਡਸ ਨੇ ਇਹ ਕੀ ਜ਼ਿਆਦਾ ਨੰਬਰ ਆਫ ਫਲੂਇਡਸ ਨੇ ਜਿਹੜੇ ਕੀ ਆ ਪ੍ਰੈਜੈਂਟ ਹੁੰਦੇ ਨੇ ਵੇਰੀਅਸ ਸਿਕ੍ਰੀਸ਼ਨਸ ਆਫ ਐਪੀਥੀਲੀਅਮ ਮੈਂਬਰੇਨ ਦੇ ਵਿੱਚ ਜਿਹੜੇ ਟ੍ਰਾਂਸਸੈਲੂਲਰ ਫਲੂਇਡਸ ਆ ਉਹ ਕੀ ਸੈਰੀਬਰੋਸਪਾਈਨਲ ਫਲੂਇਡਸ ਹੁੰਦੇ ਆ ਜਾਂ ਐਕਵੀਅਸ ਹਿਊਮਰ ਹੋ ਗਏ ਆਈਜ਼ ਦਾ ਜਾਂ ਜਿਹੜੀਆਂ ਜੀਆਈਟੀ ਦੀਆਂ ਵੇਰੀਅਸ ਸਿਕ੍ਰੀਸ਼ਨਸ ਹੋ ਗਿਆ ਉਹਨਾਂ ਦੇ ਵਿੱਚ ਪ੍ਰੈਜੈਂਟ ਆ ਜਾਂ ਜਿਹੜੇ ਰੀਨਲ ਟਿਊਬਸ ਤੇ ਯੂਰੀਨਰੀ ਪੈਸੇਜ ਦਾ ਜਿਹੜਾ ਕੰਟੈਂਟ ਆ ਉਹਨਾਂ ਦੇ ਵਿੱਚ ਹੋ ਗਿਆ ਵਾਟਰ ਮੈਟਾਬੋਲਿਜ਼ਮ ਕੀ ਆ ਜਿਹੜਾ ਬੋਡੀ ਦਾ ਕੰਟੈਂਟ ਆਫ ਵਾਟਰ ਆ ਉਹ ਕੀ ਮੇਨਟੇਨ ਕੀਤਾ ਜਾਂਦਾ ਕਾਂਸਟੈਂਟ ਔਨ ਦ ਐਵਰੇਜ ਬਾਈ ਦ ਮੇਨਟੇਨੈਂਸ ਆਫ ਬੈਲੈਂਸ ਬਿਟਵੀਨ ਇਨਟੇਕ ਐਂਡ ਆਊਟਪੁੱਟ ਜਾਂ ਬੋਡੀ ਦਾ ਜਿਹੜਾ ਵਾਟਰ ਦਾ ਬੈਲੈਂਸ ਆ ਉਹ ਕਿੱਦਾਂ ਮੇਨਟੇਨ ਹੁੰਦਾ ਇਨਟੇਕ ਅਤੇ ਜਿਹੜੀ ਆਊਟਪੁੱਟ ਆ ਆਊਟਟੇਕ ਮੀਨਸ ਜਿੰਨਾ ਆਪਾਂ ਪਾਣੀ ਲੈ ਰਹੇ ਹਾਂ ਅਤੇ ਕੱਢ ਰਹੇ ਹਾਂ ਉਹਦੀ ਜਿਹੜੀ ਉਹਦਾ ਬੈਲੈਂਸ ਬਣਾ ਕੇ ਜਿਹੜਾ ਬੋਡੀ ਦਾ ਵਾਟਰ ਦਾ ਮੈਟਾਬੋਲਿਜ਼ਮ ਆ ਜਿਹੜਾ ਉਹ ਕੀ ਕੰਟੈਂਟ ਮੇਨਟੇਨ ਕੀਤਾ ਜਾਂਦਾ ਫਸਟ ਇਜ਼ ਇਨਟੇਕ ਵਾਟਰ ਕਹਿੰਦੇ ਆਪਾਂ ਜਿਹੜਾ ਪਾਣੀ ਆ ਜ਼ਿਆਦਾ ਓਰਲ ਰੂਟ ਦੇ ਥਰੂ ਲੈਂਦੇ ਹਾਂ 2/3 ਹਿੱਸਾ ਜਿਹੜਾ ਪਾਣੀ ਦਾ ਗਾ ਜਾਂ ਆਪਾਂ ਡਾਇਰੈਕਟਲੀ ਵਾਟਰ ਦੀ ਫਾਰਮ ਦੇ ਵਿੱਚ ਲੈਂਦੇ ਹਾਂ ਜਾਂ ਬਿਵਰੇਜਸ ਦੀ ਫਾਰਮ ਦੇ ਵਿੱਚ ਲੈਂਦੇ ਹਾਂ ਅਤੇ ਜਾਂ ਬਾਕੀ ਜਿਹੜਾ ਹਿੱਸਾ ਗਾ ਉਹ ਆਪਾਂ ਜਿਹੜਾ ਫੂਡ ਖਾਂਦੇ ਹਾਂ ਉਹਦੇ ਵਿੱਚ ਚਲਾ ਜਾਂਦਾ ਗਾ A small amount is also formed in the result of oxidation of foodstuffs ਕਈ ਜਿਹੜੇ foodstuff ਆ ਉਹਨਾਂ ਦੀ ਆਕਸੀਡੇਸ਼ਨ ਹੋ ਕੇ ਵੀ ਆਪਾਂ ਨੂੰ ਜਿਹੜਾ ਵਾਟਰ ਦਾ ਕੰਟੈਂਟ ਆ ਬੋਡੀ ਨੂੰ ਮਿਲਦਾ ਜਿਵੇਂ ਹੁਣ ਸਪੋਜ਼ ਕਰਕੇ ਫੋਰ ਐਗਜ਼ਾਮਪਲ ਆ ਜੇ 100 ਗ੍ਰਾਮ ਆਫ ਫੈਟ ਕਾਰਬੋਹਾਈਡਰੇਟ ਜਾਂ ਪ੍ਰੋਟੀਨ ਆ ਉਹ ਕੀ ਅਲੱਗ-ਅਲੱਗ ਅਮਾਊਂਟ ਆਫ ਵਾਟਰ ਦੀ ਦਊਗਾ ਔਨ ਦਾ ਆਕਸੀਡੇਸ਼ਨ ਜਿਵੇਂ ਫੈਟ ਦੀ ਆਕਸੀਡੇਸ਼ਨ ਨਾਲ ਜੇ 100 ਗ੍ਰਾਮ ਫੈਟ ਆਕਸੀਡਾਈਜ਼ ਹੁੰਦਾ ਤਾਂ ਉਹ 'ਚ 107 ਗ੍ਰਾਮ ਵਾਟਰ ਮਿਲੂਗਾ ਕਾਰਬੋਹਾਈਡਰੇਟ 100 ਗ੍ਰਾਮ ਉਹਦੇ ਵਿੱਚ 55 ਗ੍ਰਾਮ ਵਾਟਰ ਮਿਲੂਗਾ ਜੇ ਕੀ ਆ ਪ੍ਰੋਟੀਨ ਆ ਉਹਨੂੰ 100 ਗ੍ਰਾਮ ਨੂੰ ਆਪਾਂ ਹਾਈਡਰੇਟ ਕਰਦੇ ਤਾਂ ਉਹ 'ਚੋਂ 41 ਗ੍ਰਾਮ ਪਾਣੀ ਮਿਲੂਗਾ ਜਿਹੜੇ ਪਾਣੀ ਦੀ ਜਿਹੜੀ ਮੈਟਾਬੋਲਿਕ ਰੇਂਜ ਆ ਉਹ ਕੀ ਆ 150 ਤੋਂ 200 ml ਪਰ ਡੇ ਹੋਣੀ ਚਾਹੀਦੀ ਆ ਮੈਟਾਬੋਲਿਜ਼ਮ ਦੇ ਰੇਟ ਦੇ ਉੱਤੇ ਕਿ ਕਿੰਨੀ ਜਲਦੀ ਆਪਣੀ ਬਾਡੀ ਮੈਟਾਬੋਲਾਈਜ਼ ਕਰਦੀ ਆ ਨੈਕਸਟ ਇਜ਼ ਆਊਟਪੁੱਟ ਵਾਟਰ ਆਊਟਪੁੱਟ ਕਹਿੰਦੇ ਵਾਟਰ ਆ ਜਿਹੜਾ ਆਪਣੀ ਬਾਡੀ ਦੇ ਵਿੱਚੋਂ ਕਿਵੇਂ ਆਊਟਪੁੱਟ ਹੁੰਦਾ ਮਤਲਬ ਆਊਟ ਕਿਵੇਂ ਹੁੰਦਾ ਆ ਮੇਨਲੀ ਕਹਿੰਦੇ ਜਿਹੜਾ ਵਾਟਰ ਆ ਜ਼ਿਆਦਾ ਆਪਣਾ ਉਹ ਕੀ ਆ ਆਊਟ ਹੁੰਦਾ ਗਾ ਇਨ ਦ ਫਾਰਮ ਆਫ ਯੂਰਿਨ ਐਂਡ ਫੀਸਿਸ ਮਤਲਬ ਜ਼ਿਆਦਾ ਤਾਂ ਯੂਰਿਨ ਦੀ ਫਾਰਮ ਦੇ ਵਿੱਚ ਜਾਂ ਫੀਸਿਸ ਦੀ ਫਾਰਮ ਦੇ ਵਿੱਚ ਕਹਿੰਦੇ ਜੇ ਸਪੋਜ਼ ਕਰੋ ਆਪਾਂ 2400 ml ਪਾਣੀ ਲਿਆ ਉਹਦੇ ਵਿੱਚੋਂ ਕੀ 1400 ml ਪਾਣੀ ਹੈ ਜਿਹੜਾ ਉਹ ਕੀ ਯੂਰਿਨ ਦੀ ਫਾਰਮ ਦੇ ਵਿੱਚ ਐਕਸਕ੍ਰੀਟ ਆਊਟ ਹੋ ਜਾਊਗਾ ਥਰੂ ਦਾ ਕਿਡਨੀਜ਼ ਉਹਦੇ ਵਿੱਚ 100 ml ਸਵੈਟ ਮਤਲਬ ਇਨ ਦਾ ਫਾਰਮ ਆਫ ਜਿਹੜਾ ਪਸੀਨਾ ਆਉਂਦਾ ਉਹਦੀ ਫਾਰਮ ਦੇ ਵਿੱਚ ਹੋਊਗਾ 200 ml ਇਨ ਫੀਸਿਸ ਹੋਊਗਾ ਰਾਈਟ ਅਤੇ ਜਿਹੜਾ ਬਾਕੀ 700 ml ਬਚ ਗਿਆ ਉਹ ਜਾਂ ਤਾਂ ਲੰਗ ਦੇ ਥਰੂ ਹੋ ਜਾਊਗਾ ਜਾਂ ਕਿ ਡਿਫਿਊਜ਼ਨ ਥੋੜ੍ਹਾ ਸਕਿਨ ਦੇ ਥਰੂ ਡਿਫਿਊਜ਼ ਹੋ ਜਾਊਗਾ ਠੀਕ ਆ ਮਤਲਬ ਉੱਡ ਜਾਂਦਾ ਜਾਂ ਅਵੈਪੋਰੇਟ ਹੋ ਗਿਆ ਆਪਾਂ ਕਹਿ ਦਿੰਦੇ ਹਾਂ ਨੈਕਸਟ ਆ ਗਿਆ ਇਨਸੈਂਸੀਬਲ ਵਾਟਰ ਲਾਸ ਇਨਸੈਂਸੀਬਲ ਵਾਟਰ ਲਾਸ ਹੁੰਦਾ ਗਾ ਜਿਹੜਾ ਆਪਣੇ ਲੰਗਸ ਦੇ ਥਰੂ ਜਾਂ ਸਕਿਨ ਦੇ ਥਰੂ ਜਿਹੜਾ ਵਾਟਰ ਜਿਹਦਾ ਕੋਈ ਕੰਟੈਂਟ ਆਪਾਂ ਮੇਜਰ ਨਹੀਂ ਕਰਦੇ ਉਹਨੂੰ ਆਪਾਂ ਇਨਸੈਂਸੀਬਲ ਵਾਟਰ ਲਾਸ ਕਹਿੰਦੇ ਹਾਂ ਹੈ ਨਾ ਨੈਕਸਟ ਆ ਗਿਆ ਜਿਹੜੀ ਏਅਰ ਆ ਜਿਹੜੀ ਐਂਟਰ ਕਰਦੀ ਹੈ ਲੰਗਸ ਦੇ ਵਿੱਚ ਉਹ ਕਿ ਟੋਟਲੀ ਸੈਚੂਰੇਟਡ ਹੁੰਦੀ ਹੈ ਮੋਇਸਚਰ ਬਿਫੋਰ ਬੀਇੰਗ ਇਨਹੇਲਡ ਕਹਿੰਦੇ ਜਦੋਂ ਜਿਹੜੀ ਆਪਣੀ ਇਨਹੇਲ ਕੀਤੀ ਹੈ ਜਿਹੜੀ ਐਂਟਰ ਹੋਈ ਆ ਉਹ ਮੋਇਸਚਰਾਈਜ਼ ਹੋ ਜਾਂਦੀ ਹੈ ਜਦੋਂ ਐਕਸਹੇਲ ਕਰਨ ਤੋਂ ਪਹਿਲਾਂ ਜਿਹੜਾ ਉਸ ਰੂਟ ਦਾ ਜਿਹੜਾ ਪਾਣੀ ਰਿਲੀਜ਼ ਹੁੰਦਾ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦਾ ਹੈਗਾ ਐਲਵੂਲਰ ਵੈਂਟੀਲੇਸ਼ਨ ਦੇ ਨਾਲ ਅਤੇ ਇਨਵਰਸਲੀ ਪ੍ਰਪੋਰਸ਼ਨਲ ਹੁੰਦਾ ਐਬਸੋਲਿਊਟ ਹਿਊਮਿਡਿਟੀ ਦੇ ਨਾਲ ਉਹ ਤੋਂ ਬਾਅਦ ਰੈਗੂਲੇਸ਼ਨ ਆਫ ਵਾਟਰ ਮੈਟਾਬੋਲਿਜ਼ਮ ਕਿ ਵਾਟਰ ਦੀ ਮੈਟਾਬੋਲਿਜ਼ਮ ਨੂੰ ਕਿਹੜੇ ਜਿਹੜੀਆਂ ਚੀਜ਼ਾਂ ਨੇ ਉਹ ਰੈਗੂਲੇਟ ਕਰਦੀਆਂ ਨੇ ਸਭ ਤੋਂ ਪਹਿਲਾਂ ਆ ਗਿਆ ਹਾਈਪੋਥੈਲਮਸ
ਥਰਸਟ ਮੈਕੈਨਿਜ਼ਮ, ਜਿਹੜਾ ਆਪਣਾ ਥਰਸਟ ਜਿਹੜਾ ਸੈਂਟਰ ਆ ਉਹ ਕਿੱਥੇ ਪ੍ਰੈਜ਼ੈਂਟ ਆ, ਹਾਈਪੋਥੈਲਮਸ ਦੇ ਵਿੱਚ। ਜਦੋਂ ਆਪਣੀ ਬਾਡੀ ਨੂੰ ਨੀਡ ਹੁੰਦੀ ਆ ਤਾਂ ਜਿਹੜਾ ਕੀ ਆ ਥਰਸਟ ਸੈਂਟਰ ਉਹ ਐਕਟੀਵੇਟ ਹੋ ਜਾਂਦਾ, ਅਤੇ ਆਪਾਂ ਕਿਹੜਾ ਵਾਟਰ ਆ ਉਹ ਡਰਿੰਕ ਕਰ ਲੈਣਾ, ਅਤੇ ਮੈਟਾਬੋਲਿਜ਼ਮ ਮਤਲਬ ਇਨਟੇਕ ਅਤੇ ਆਊਟਪੁੱਟ ਰੇਸ਼ੋ ਦਾ ਜਿਹੜਾ ਬੈਲੈਂਸ ਆ ਉਹ ਬਣ ਜਾਂਦਾ। ਜਦੋਂ ਕਹਿੰਦੇ ਡੀਹਾਈਡਰੇਸ਼ਨ ਹੁੰਦੀ ਆ ਉਹ ਕੀ ਆਸਮੋ ਕੰਸਨਟ੍ਰੇਸ਼ਨ ਆਫ ਪਲਾਜ਼ਮਾ ਦੇ ਵਿੱਚ ਕੀ ਆ ਆਸਮੋਸਿਸ ਕਰਨੀ ਸ਼ੁਰੂ ਕਰ ਦਿੰਦੀ ਆ, ਜਿਹੜਾ ਕਿ ਸਟਿਮੂਲੇਟ ਕਰ ਦਿੰਦਾ ਥਰਡ ਸੈਂਟਰ ਨੂੰ। ਮਤਲਬ ਕਿ ਆਸਮੋਸਿਸ ਕੀ ਹੁੰਦੀ ਆ, ਜਿਹੜਾ ਲੋ ਕੰਪਾਰਟਮੈਂਟ ਤੋਂ ਹਾਈ ਕੰਪਾਰਟਮੈਂਟ ਜਿਹੜਾ ਫਲੂਇਡ ਆ ਉਹ ਜਾਣ ਲੱਗ ਜਾਂਦਾ ਪਲਾਜ਼ਮਾ ਦੇ ਵਿੱਚ, ਜਿਹੜਾ ਪਾਣੀ ਹੁੰਦਾ ਉਹ ਬਾਡੀ ਲੈਣ ਲੱਗ ਜਾਂਦੀ ਆ, ਜਿਹਦੇ ਨਾਲ ਕੀ CNS ਦੇ ਵਿੱਚ ਜਿਹੜਾ ਥਰਡ ਸੈਂਟਰ ਆ ਉਹ ਐਕਟੀਵੇਟ ਹੋਊਗਾ। ਨੈਕਸਟ ਸਲਿਊਟਸ ਇਨ ਦਾ ਬਾਡੀ, ਕਹਿੰਦੇ ਜਿਹੜੀਆਂ ਆਸਮੋਟਿਕ ਫੋਰਸਿਸ ਨੇ ਜਿਹੜੀਆਂ ਆਪਣੀ ਬਾਡੀ ਦੇ ਵਿੱਚ ਪਈਆਂ ਨੇ ਉਹ ਕੀ ਪ੍ਰਿੰਸੀਪਲ ਫੈਕਟਰ ਹੈ ਜਿਹੜਾ ਅਮਾਊਂਟ ਆਫ ਫਲੂਇਡ ਨੂੰ ਬਾਡੀ ਦੇ ਕੰਪਾਰਟਮੈਂਟਸ ਦੇ ਵਿੱਚ ਕੰਟਰੋਲ ਕਰਦਾ। ਜਿਹੜੀਆਂ ਇਹ ਆਸਮੋਟਿਕ ਫੋਰਸਿਸ ਆ ਉਹ ਕਿਹਦੇ ਦੁਆਰਾ, ਸਲਿਊਟਸ ਦੇ ਦੁਆਰਾ ਮੇਨਟੇਨ ਕੀਤੀਆਂ ਜਾਂਦੀਆਂ, ਜਿਹੜੀਆਂ ਬਾਡੀ ਵਾਟਰ ਦੇ ਵਿੱਚ ਡਿਜ਼ੋਲਵਸ ਆ, ਜਿਵੇਂ ਆਰਗੈਨਿਕ ਕੰਪਾਊਂਡਸ ਹੋ ਗਏ ਸਮਾਲ ਸਾਈਜ਼, ਜਿਵੇਂ ਗਲੂਕੋਜ਼ ਹੋ ਗਿਆ, ਯੂਰੀਆ ਹੋ ਗਈ, ਅਮਾਈਨੋ ਐਸਿਡਸ ਹੋ ਗਏ। ਇਹ ਕੀ ਡਿਸਟਰੀਬਿਊਸ਼ਨ ਦੇ ਵਿੱਚ ਇੰਪੋਰਟੈਂਟ ਨਹੀਂ ਹੁੰਦੀ, ਕਿਉਂਕਿ ਜਿਹੜੇ ਇਹ ਸਬਸਟੈਂਸਿਸ ਆ ਉਹ ਕੀ ਰਿਲੇਟਿਵਲੀ ਜ਼ਿਆਦਾ ਛੇਤੀ ਡਿਫਿਊਜ਼ ਹੋ ਜਾਂਦੇ ਸੈਲ ਮੈਂਬਰੇਨ ਦੇ ਥਰੂ। ਨੈਕਸਟ ਆ ਗਿਆ ਵੈਸੋਪ੍ਰੈਸਿਨ ਔਰ ਐਂਟੀਡਾਇਊਰੈਟਿਕ ਹਾਰਮੋਨ। ਜਿਹੜਾ ਵੈਸੋਪ੍ਰੈਸਿਨ ਹੈ ਉਹ ਕਿ ਐਂਟੀਡਾਇਊਰੈਟਿਕ ਇਫੈਕਟ ਹੈ ਜਿਹੜਾ ਐਕਸਰਟ ਕਰਦਾ। ਵੈਸੋਪ੍ਰੈਸਿਨ ਐਂਟੀਡਾਇਊਰੈਟਿਕ ਮੀਨਸ ਯੂਰੀਨ ਦੇ ਵਿੱਚ ਵਾਟਰ ਦਾ ਕੰਟੈਂਟ ਘੱਟ ਕਰੂਗਾ, ਇਹ ਰੀਨਲ ਟਿਊਬਿਊਲਸ ਨੂੰ ਅਫੈਕਟ ਕਰਦਾ ਗਾ, ਅਤੇ ਇਨਹਾਂਸ ਕਰਦਾ ਰੀਅਬਜ਼ੌਰਪਸ਼ਨ ਆਫ ਵਾਟਰ, ਜਿਹੜਾ ਇਨਕਰੀਜ਼ ਕਰਦਾ ਪਰਮੇਬਿਲਿਟੀ ਟੂ ਵਾਟਰ ਬਾਈ ਇਨਕਰੀਜ਼ਿੰਗ ਦਾ CAMP। ਵਾਟਰ ਨੂੰ ਕਿਵੇਂ ਰੀਅਬਜ਼ੌਰਪਸ਼ਨ ਨੂੰ ਇਨਕਰੀਜ਼ ਕਰਦਾ, CAMP ਲੈਵਲਸ ਨੂੰ ਇਨਕਰੀਜ਼ ਕਰਕੇ। ਨੈਕਸਟ ਆ ਗਿਆ ਐਲਡੋਸਟਰੋਨ। ਆਪਾਂ ਨੂੰ ਐਲਡੋਸਟਰੋਨ ਦਾ ਤਾਂ ਪਤਾ ਹੀ ਹੈ, ਜਿਹੜਾ ਰੈਨਿਨ ਐਂਜੀਓਟੈਂਸਿਨ ਸਿਸਟਮ ਆ, ਜਿਹਦੇ ਵਿੱਚ ਕਿ ਐਲਡੋਸਟਰੋਨ ਕੀ ਮੇਨ ਹਾਰਮੋਨ ਆ। ਕਿਡਨੀਜ਼ ਦੇ ਵਿੱਚ ਇਹ ਜਿਹੜਾ ਸਿਸਟਮ ਆ ਪ੍ਰੋਪਰ ਚੱਲਦਾ। ਰੈਨਿਨ ਐਂਜੀਓਟੈਂਸਿਨ ਸਿਸਟਮ ਆ ਜਿਹੜਾ ਉਹ ਵੀ ਇੱਕ ਪ੍ਰੋਪਰ ਕਰਦਾ ਗਾ। ਉਹਦੇ ਬਾਅਦ ਕਿ ਕਾਈਨੇਨਸ ਨੇ ਜਿਹੜੇ ਕਾਈਨੇਨਸ ਆ ਉਹਨਾਂ ਦਾ ਕੀ ਆਪੋਜ਼ਿਟ ਇਫੈਕਟ ਹੁੰਦਾ ਗਾ ਇਸ ਆਪੋਜ਼ਿਟ ਆਫ ਐਂਟੀਡਾਇਊਰੈਟਿਕ ਹਾਰਮੋਨ। ਇਹ ਕੀ ਕਰਦੇ ਨੇ, ਕਿਡਨੀਜ਼ ਦੇ ਵਿੱਚ ਪ੍ਰੋਡਿਊਸ ਹੁੰਦੇ ਆ ਅਤੇ ਇਨਕਰੀਜ਼ ਕਰਦੇ ਸਾਲਟ ਅਤੇ ਵਾਟਰ ਐਕਸਕ੍ਰੀਸ਼ਨ। ਮੀਨਸ ਕੀ ਆ, ਕਈ ਵਾਰ ਜਦੋਂ ਵਾਟਰ ਬੈਲੈਂਸ ਜ਼ਿਆਦਾ ਆਪਣੇ ਬਾਡੀ ਦੇ ਵਿੱਚ ਪਾਣੀ ਹੋ ਜਾਂਦਾ ਉਹਨੂੰ ਰਿਮੂਵ ਕਰਨ ਦੇ ਵਿੱਚ ਹੈਲਪ ਕਰਦਾ ਹੈ। ਨੈਕਸਟ ਆ ਗਿਆ ਡੀਹਾਈਡਰੇਸ਼ਨ। ਡੀਹਾਈਡਰੇਸ਼ਨ ਕੀ ਹੈ, ਜਿਹੜੀ ਸਟੇਟ ਹੁੰਦੀ ਹੈ ਜਿਹਦੇ 'ਚ ਕੀ ਆ ਪਾਣੀ ਹੈ ਜਿਹੜਾ ਆਪਣੀ ਬਾਡੀ ਦੇ ਵਿੱਚੋਂ ਜ਼ਿਆਦਾ ਲੂਸ ਹੋ ਜਾਂਦਾ, ਜਿਹਦੇ ਨਾਲ ਕੀ ਆ ਆਪਣੇ ਦੇ ਵਿੱਚ ਕਈ ਸਾਰੇ ਜਿਹੜੇ ਹੋਰ ਮਿਨਰਲਸ ਆ ਉਹਨਾਂ ਦੀ ਵੀ ਜਿਹੜੀ ਆ ਕਮੀ ਆਉਣੀ ਹੈ, ਜਿਹੜੀ ਵਰਜਿਸ਼ ਸ਼ੁਰੂ ਹੋ ਜਾਂਦੀ ਹੈ। ਡੀਹਾਈਡਰੇਸ਼ਨ ਇਜ਼ ਅ ਸਟੇਟ ਇਨ ਵਿਚ ਲਾਸ ਆਫ ਵਾਟਰ ਐਕਸੀਡਸ ਇਨਟੇਕ ਰਿਜ਼ਲਟਿੰਗ ਇਨਟੂ ਰਿਡਿਊਸਡ ਵਾਟਰ ਬਾਡੀ ਕੰਟੈਂਟ ਇਨ ਦਾ ਬਾਡੀ ਇਨਐਕਟਿਵ ਵਾਟਰ ਬੈਲੈਂਸ ਅਕਰਸ। ਮੀਨਸ ਕੀ ਆ ਪਾਣੀ ਆ ਜਿਹੜਾ ਇਨਟੇਕ ਨਾਲੋਂ ਜ਼ਿਆਦਾ ਜਿਹੜਾ ਉਹ ਲੂਜ਼ ਹੋਊਗਾ, ਜਿਹਦੇ ਨਾਲ ਕਿ ਪਾਣੀ ਦਾ ਜਿਹੜਾ ਕੰਟੈਂਟ ਆ ਬਾਡੀ ਦੇ ਵਿੱਚ ਉਹ ਘੱਟ ਜੂਗਾ, ਅਤੇ ਜਿਹੜੀ ਬਾਡੀ ਆ ਉਹਦੇ 'ਚ ਕੀ ਇਨਐਕਟਿਵ ਵਾਟਰ ਬੈਲੈਂਸ ਆ ਜਿਹੜਾ ਉਹ ਅਕਰ ਹੋ ਜੂਗਾ। ਨੈਕਸਟ ਆ ਗਿਆ ਪ੍ਰਾਇਮਰੀ ਡੀਹਾਈਡਰੇਸ਼ਨ। ਕਹਿੰਦੇ ਜਿਹੜੀ ਪਿਓਰਲੀ ਵਾਟਰ ਡਿਪਲੀਸ਼ਨ ਐਂਡ ਨੋ ਸਾਲਟ ਡਿਪਲੀਸ਼ਨ, ਇਹਦੇ 'ਚ ਕੀ ਆ ਪਾਣੀ ਦੀ ਡਿਪਲੀਸ਼ਨ ਹੀ ਹੁੰਦੀ ਆ, ਕੋਈ ਵੀ ਸਾਲਟ ਡਿਪਲੀਟ ਨਹੀਂ ਹੁੰਦਾ। ਇਟ ਅਕਰਸ ਡਿਊ ਟੂ ਡਿਪਰਾਈਵੇਸ਼ਨ ਆਫ ਵਾਟਰ ਐਜ਼ ਜਨਰਲੀ ਹੈਪਨ। ਇਹ ਕੀ ਆ ਕਦੋਂ ਹੁੰਦੀ ਹੈ, ਜਿਵੇਂ ਐਸਿਡਸ ਟਰੈਵਲ ਕਰਦਾ ਹੈ ਜਾਂ ਜਿਹੜੇ ਮੈਂਟਲ ਪੇਸ਼ੈਂਟਸ ਨੇ ਉਹ ਕੀ ਆ ਪਾਣੀ ਨਹੀਂ ਪੀਂਦੇ ਹੈ ਨਾ, ਜਾਂ ਫਾਸਟ ਦੇ ਵਿੱਚ ਪਾਣੀ ਨਹੀਂ ਪੀਂਦੇ, ਫੀਵਰ ਹੋ ਗਿਆ ਜਾਂ ਹਾਈ ਟੈਂਪਰੇਚਰ ਆਪਾਂ ਉਦੋਂ ਨਹੀਂ ਪੀਂਦੇ, ਵੋਮਿਟਿੰਗ ਦੇ ਟਾਈਮ 'ਤੇ ਜਿਹੜਾ ਐਕਸੈਸਿਵ ਵਾਟਰ ਲੋਸ ਹੋ ਗਿਆ, ਡਾਇਰੀਆ ਹੋ ਗਿਆ ਜਾਂ ਯੂਰੀਨ ਜਾਂ ਸਵੈਟ ਜ਼ਿਆਦਾ ਹੋ ਗਿਆ, ਉਦੋਂ ਕੀ ਜਿਹੜੀ ਪ੍ਰਾਇਮਰੀ ਡੀਹਾਈਡਰੇਸ਼ਨ ਆ ਉਹ ਹੈਪਨ ਹੁੰਦੀ ਆ। ਜਿਹੜੀ ਇਹ ਡੀਹਾਈਡਰੇਸ਼ਨ ਹੈ ਇਹ ਕੀ ਹੈ, ਕੰਸਨਟ੍ਰੇਸ਼ਨ ਅਤੇ ਆਸਮੋਟਿਕ ਪ੍ਰੈਸ਼ਰ ਜਿਹੜਾ ECF ਦਾ ਉਹਨੂੰ ਇਨਕਰੀਜ਼ ਕਰਦੀ ਐਕਸਟਰਾ ਸੈਲੂਲਰ ਫਲੂਇਡ ਦਾ, ਅਤੇ ਜਿਹੜਾ ਬਾਡੀ ਆ ਉਹ ਕੀ ਐਕਸਟਰਾ ਸੈਲੂਲਰ ਫਲੂਇਡ ਆ ਉਹਦੇ ਵਿੱਚ ਕੀ ਆ ਜਿਹੜਾ ਮੂਵ ਕਰਨਾ ਸ਼ੁਰੂ ਕਰ ਦਿੰਦੀ ਆ, ਅਤੇ ਜਿਹੜਾ ਮਤਲਬ ਥੋੜ੍ਹਾ ਬਹੁਤ ਪਾਣੀ ਵੀ ਉਹ ਵੀ ਐਕਸਟਰਾ ਸੈਲੂਲਰ ਫਲੂਇਡ ਦੇ ਵਿੱਚ ਆਸਮੋ ਕੰਸਨਟ੍ਰੇਸ਼ਨ ਦੇ ਥਰੂ ਮੂਵ ਕਰਨ ਲੱਗ ਜਾਂਦਾ ਗਾ, ਜਿਹਦੇ ਨਾਲ ਇਹਦੇ ਸਿੰਪਟਮਸ ਕੀ ਹੈ, ਟੰਗ ਡਰਾਈ ਹੋ ਗਈ, ਪੂਅਰ ਸੈਲੀਵੇਸ਼ਨ ਹੋ ਗਈ, ਸਕਿਨ ਡਰਾਈ ਹੋ ਗਈ, ਨੋਜ਼ੀਆ, ਸਵੈਟਿੰਗ ਅਤੇ ਥਰਸਟ ਵੱਧ ਗਈ। ਕਹਿੰਦੇ ਜਦੋਂ ਬਲੱਡ ਪ੍ਰੈਸ਼ਰ ਹਾਈਪਰਟੋਨਿਕ ਹੋ ਜਾਏ, ਮੀਨਸ ਕਿ ਪਾਣੀ ਜਿਹੜਾ ਸਾਰਾ ਬਾਹਰ ਜਾਣ ਲੱਗ ਜੇ ਤਾਂ ਯੂਰਿਨ ਆਊਟਪੁੱਟ ਘੱਟ ਜਾਊਗੀ, ਅਤੇ ਯੂਰੀਨ ਕੰਸਨਟ੍ਰੇਟਡ ਆਊਗਾ, ਜਿਹਦੇ ਕਰਕੇ ਕੀ NPN ਅਤੇ ਅਦਰ ਐਸਿਡਸ ਆ ਜਿਹੜੇ ਉਹ ਵੱਧ ਜਾਣਗੇ ਅਤੇ ਪੇਸ਼ੈਂਟ ਕੀ ਆ ਕੋਮਾ 'ਚ ਚਲ ਜੂਗਾ। ਇਹਦੇ ਨਾਲ ਰੀਨਲ ਫੇਲੀਅਰ, ਐਸੀਡੋਸਿਸ, ਹਾਈਪਰਸਮੋਲੈਲਿਟੀ, ਇੱਕ ਸਰਕੂਲਰ ਕਲੈਪਸ ਜਾਂ ਨਿਊਰਲ ਡਿਪਰੈਸ਼ਨ, ਇਹ ਸਾਰਾ ਕੁਛ ਹੈ ਜਿਹੜਾ ਉਹ ਹੋਣਾ ਲੱਗ ਜਾਂਦਾ। ਇਹਨੂੰ ਆਪਾਂ ਸਲੀਨ ਵਾਟਰ ਜਾਂ ਹੈ ਨਾ ਫੇਲੀਅਰ ਆਫ ਐਕਸਕ੍ਰੀਸ਼ਨ ਆ ਜਿਹੜੇ ਉਹ ਵੀ ਹਾਈਪਰਟੋਨਿਸਿਟੀ ਕਰ ਦਿੰਦੇ ਨੇ। ਅੱਗੇ ਸੈਕੰਡਰੀ ਡੀਹਾਈਡਰੇਸ਼ਨ, ਇਹਦੇ 'ਚ ਕੀ ਜਿਹੜੇ ਕੰਸਨਟ੍ਰੇਸ਼ਨ ਆਫ ਇਲੈਕਟ੍ਰੋਲਾਈਟਸ ਮੀਨਸ ਜਿਹੜੇ ਅਦਰ ਇਲੈਕਟ੍ਰੋਲਾਈਟਸ ਆ, ਸੋਡੀਅਮ ਹੋ ਗਿਆ, ਪੋਟਾਸ਼ੀਅਮ ਹੋ ਗਿਆ, ਬਾਈਕਾਰਬੋਨੇਟ ਹੋ ਗਿਆ, ਉਹ ਵੀ ਡਿਕਰੀਜ਼ ਕਰਨ ਲੱਗ ਜਾਂਦੇ ਆ। ਇਹ ਕੀ ਆ ਕਾਜ਼ ਕਰ ਦਿੰਦਾ ਇੰਟਰਾਸੈਲੂਲਰ ਐਡੀਮਾ, ਜਿਹਦੇ ਕਰਕੇ ਸਰਕੂਲੇਸ਼ਨ ਸਲੋ ਹੋ ਜਾਂਦੀ ਹੈ ਅਤੇ ਇੰਪੇਅਰਮੈਂਟ ਹੋ ਜਾਂਦੀ ਯੂਰੀਨਲ ਫੰਕਸ਼ਨਸ ਦੀ, ਅਤੇ ਇਹ ਕੀ ਆ ਬਾਡੀ ਨੂੰ ਵੀਕ ਕਰ ਦਿੰਦੇ ਆ। ਡੀਹਾਈਡਰੇਸ਼ਨ ਡਿਊ ਟੂ ਇੰਜੈਕਸ਼ਨ ਆਫ ਹਾਈਪਰਟੋਨਿਕ ਸੋਲਿਊਸ਼ਨ, ਕਿ ਜੋ ਹਾਈਪਰਟੋਨਿਕ ਹੋ ਗਿਆ ਤਾਂ ECF ਦੇ ਵਿੱਚ ਮੂਵ ਕਰਨਾ ਸ਼ੁਰੂ ਕਰ ਜੂਗਾ। ਡੀਹਾਈਡਰੇਸ਼ਨ ਦੇ ਇਫੈਕਟ ਕੀ ਨੇ, ਬਾਡੀ ਵੇਟ ਲਾਸ ਹੋਣਾ ਸ਼ੁਰੂ ਹੋ ਜੂਗਾ ਹੈ ਨਾ, ਰਾਈਜ਼ ਇਨ ਨਾਨ ਪ੍ਰੋਟੀਨ ਨਾਈਟ੍ਰੋਜਨ ਆਫ ਬਲੱਡ, ਡਰਾਈਨੈਸ, ਰਿੰਕਲਿੰਗ, ਲੂਜ਼ਨੈਸ ਆਫ ਸਕਿਨ, ਪਲਾਜ਼ਮਾ ਪ੍ਰੋਟੀਨ ਕੰਸਨਟ੍ਰੇਸ਼ਨ ਅਤੇ ਕਲੋਰਾਈਡਸ ਦੀ ਇਨਕਰੀਜ਼ ਹੋ ਜੂਗੀ, ਬਾਡੀ ਟੈਂਪਰੇਚਰ ਵੱਧ ਜੂਗਾ, ਪਲਸ ਰੇਟ ਵੱਧ ਜੂਗਾ, ਕਾਰਡਿਕ ਆਊਟਪੁੱਟ ਵੱਧ ਜੂਗੀ, ਐਗਜ਼ੌਸ਼ਨ ਦੇ ਕਲੈਪਸ ਹੋ ਜੂਗਾ। ਇਹਨੂੰ ਆਪਾਂ ਰੈਕਟੀਫਾਈ ਕਿਵੇਂ ਕਰ ਸਕਦੇ ਹਾਂ, ਸੋਡੀਅਮ ਕਲੋਰਾਈਡ ਸੋਲਿਊਸ਼ਨ ਮੇ ਬੀ ਕੰਪਲੀਟਲੀ
ਗਿਵਨ ਪ੍ਰੈਂਟਲੀ। ਆਪਾਂ ਕੀ ਸੋਡੀਅਮ ਕਲੋਰਾਈਡ ਦਾ ਸੋਲੂਸ਼ਨ ਦੇਵਾਂਗੇ ਤੇ ਜਿਵੇਂ ਡਿਸਆਰਡਰਸ ਹੋ ਗਏ, ਜਿਵੇਂ ਆਪਾਂ ਨੂੰ ਪਤਾ ਡਾਇਰੀਆ, ਉਹਦੇ 'ਚ ਵਾਟਰ ਲੋਸ ਹੁੰਦਾ ਗਾ ਹੈ ਨਾ, ਗੈਸਟ੍ਰੋਇੰਟਰਾਈਟਿਸ ਆ ਹੈ ਨਾ, ਉਹਨੂੰ ਉਹਦੇ 'ਚ ਵੀ ਲੋੜ ਪਊਗੀ। ਪੈਨਕ੍ਰੀਆਟਿਕ ਜਾਂ ਵਿਲੀ ਫਿਸੀਗੂਲਸ ਨੇ, ਉਹਦੇ 'ਚ ਕੀ ਆਪਾਂ ਪਹਿਲਾਂ ਸਲਾਈਨ ਸੋਲੂਸ਼ਨ ਦੇ ਦਾਂਗੇ। ਨੈਕਸਟ ਹੈਗਾ ਵਾਟਰ ਇੰਟੋਕਸੀਕੇਸ਼ਨ। ਜਦੋਂ ਜ਼ਿਆਦਾ ਵਾਟਰ ਬਾਡੀ ਦੇ ਵਿੱਚ ਖੜ ਜਾਂਦਾ ਗਾ ਤਾਂ ਉਹਦੇ ਕਰਕੇ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਵਾਟਰ ਇੰਟੋਕਸੀਕੇਸ਼ਨ। ਜਿਵੇਂ ਕਿ ਰੀਨਲ ਫੇਲੂਅਰ ਕਰਕੇ ਹੋ ਗਈ, ਜਾਂ ਫਲੂਇਡਸ ਜਾਂ ਹਾਈਪਰ ADHD ਉਹਦੇ ਕਰਕੇ ਹੋਇਆ। ਜਿਹੜੇ ਸਿੰਪਟਮਸ ਨੇ ਉਹ ਕਿ ਨੋਜ਼ੀਆ, ਹੈਡੇਕ ਤੇ ਮਸਕੂਲਰ ਵੀਕਨੈਸ ਹੁੰਦੇ ਆ। ਸੋ ਦਿਸ ਇਜ਼ ਆਲ ਅਬਾਊਟ ਮੇਨਟੇਨਿੰਗ ਵਾਟਰ ਬੈਲੈਂਸ ਇਨ ਬਾਡੀ।